नमस्कार प्यारे विद्यार्थियों। ਅੱਜ ਅਸੀਂ ਪੰਜਾਬ ਸਟੇਟ ਟੀਚਰ ਐਲੀਜੀਬਿਲਟੀ ਟੈਸਟ ਅਤੇ ਸੈਂਟਰਲ ਟੀਚਰ ਐਲੀਜੀਬਿਲਟੀ ਟੈਸਟ ਦੀ ਕੁਆਲਿਟੀ ਦਾ ਨੈਕਸਟ ਟੌਪਿਕ ਫੰਡਾਮੈਂਟਲ ਰਾਈਟਸ ਐਂਡ ਡਿਊਟੀਜ਼ ਡਿਸਕਸ ਕਰਨ ਜਾ ਰਹੇ ਹਾਂ। ਆਓ ਸ਼ੁਰੂ ਕਰਦੇ ਹਾਂ। ਫੰਡਾਮੈਂਟਲ ਰਾਈਟਸ ਤੇ ਡਿਊਟੀਜ਼ ਦੀ ਜੇ ਗੱਲ ਕਰੀਏ ਤਾਂ ਇਹ ਪੋਲਿਟੀ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਇੰਪੋਰਟੈਂਟ ਟੌਪਿਕਸ ਨੇ, ਜਿਹਦੇ ਵਿੱਚੋਂ ਅਕਸਰ ਹਰੇਕ ਪ੍ਰੀਖਿਆ ਦੇ ਵਿੱਚ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਪ੍ਰਸ਼ਨ ਪੁੱਛੇ ਜਾਂਦੇ ਨੇ। ਤਾਂ ਸਾਨੂੰ ਇਹਨਾਂ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਇਸ ਟੌਪਿਕ ਦੇ ਵਿੱਚ ਅਸੀਂ ਸਾਡੇ ਕਿੰਨੇ ਫੰਡਾਮੈਂਟਲ ਰਾਈਟਸ ਨੇ, ਕਿਹੜੇ ਨੇ ਤੇ ਉਹਨਾਂ ਨੂੰ ਕਿਹੜੇ ਅਨੁਛੇਦ ਜਿਹੜੇ ਡੀਲ ਕਰਦੇ ਨੇ ਬਾਰੇ ਡਿਸਕਸ ਕਰਾਂਗੇ ਤੇ ਨਾਲ ਹੀ ਗੱਲ ਕਰਾਂਗੇ ਫੰਡਾਮੈਂਟਲ ਡਿਊਟੀਜ਼ ਦੀ। Fundamental rights and duties are the basic rights of Indian citizen in the Indian Constitution। ਮੌਲਿਕ ਅਧਿਕਾਰ ਤੇ ਕਰਤੱਵ ਭਾਰਤ ਦੇ ਸੰਵਿਧਾਨ ਦੇ ਵਿੱਚ ਗੱਲ ਕਰੀਏ ਤਾਂ ਇਹ ਨਾਗਰਿਕਾਂ ਦੇ ਬੁਨਿਆਦੀ ਅਧਿਕਾਰ ਨੇ ਤੇ ਕਰਤੱਵ ਨੇ। These fundamental duties and rights apply to all citizens of the country irrespective of their religion, gender, caste, race, etc। ਇਹ ਜਿਹੜੇ ਅਧਿਕਾਰ ਤੇ ਕਰਤੱਵ ਨੇ ਇਹ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਤੇ ਲਾਗੂ ਹੁੰਦੇ ਨੇ ਬਿਨਾਂ ਕਿਸੇ ਵਿਤਕਰੇ ਤੋਂ। ਇਹ ਵਿਤਕਰਾ ਧਰਮ, ਲਿੰਗ, ਜਾਤੀ ਤੇ ਜਿਹੜੀ ਨਸਲ ਇਹਨਾਂ ਆਧਾਰ ਦੇ ਉੱਪਰ ਨਹੀਂ ਕੀਤਾ ਜਾਂਦਾ, ਯਾਨੀ ਕਿ ਇਹਨਾਂ ਆਧਾਰਾਂ ਦੇ ਉੱਪਰ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਸਾਰੇ ਹੀ ਅਧਿਕਾਰ ਤੇ ਕਰਤੱਵ ਸਾਰੇ ਨਾਗਰਿਕਾਂ ਨੂੰ ਮਿਲੇ ਹੋਏ ਨੇ। ਆਰਟੀਕਲ 12 to 35 constitute part 3 of the Indian Constitution। ਹੁਣ ਦੋ ਇੰਪੋਰਟੈਂਟ ਸਵਾਲ ਬਣਦੇ ਨੇ ਕਿ ਸਾਡੇ ਜਿਹੜੇ ਭਾਰਤ ਦੇ ਨਾਗਰਿਕਾਂ ਨੂੰ ਮਿਲੇ ਹੋਏ ਮੌਲਿਕ ਅਧਿਕਾਰ ਨੇ ਉਹ ਕਿਹੜੇ ਹਿੱਸੇ ਦੇ ਵਿੱਚ ਨੇ। ਉਹ ਤੀਜੇ ਹਿੱਸੇ ਦੇ ਵਿੱਚ ਨੇ, ਪਾਰਟ 3 ਦੇ ਵਿੱਚ ਨੇ ਤੇ ਇਸ ਦੇ ਨਾਲ ਅਨੁਛੇਦ 12 ਤੋਂ ਲੈ ਕੇ 35 ਜਿਹੜਾ ਡੀਲ ਕਰਦੇ ਨੇ। Originally there were 7 fundamental rights in the constitution। ਜਦੋਂ ਭਾਰਤੀ ਸੰਵਿਧਾਨ ਬਣਿਆ ਸੀ ਤਾਂ ਮੂਲ ਰੂਪ ਵਿੱਚ ਇਹਦੇ ਵਿੱਚ 7 ਜਿਹੜੇ ਫੰਡਾਮੈਂਟਲ ਰਾਈਟਸ ਸੀਗੇ। ਬਟ the right to property was made a legal right under article 300A। ਪਰ ਜਿਹੜਾ ਜਾਇਦਾਦ ਦਾ ਅਧਿਕਾਰ ਸੀ ਬਾਈ 44th ਅਮੈਂਡਮੈਂਟ ਐਕਟ 44ਵੀਂ ਸੋਧ ਦੁਆਰਾ 1978 ਦੇ ਵਿੱਚ ਫੰਡਾਮੈਂਟਲ ਰਾਈਟਸ ਦੀ ਸੂਚੀ ਵਿੱਚੋਂ ਕੱਢ ਕੇ ਇਸ ਨੂੰ ਇੱਕ ਲੀਗਲ ਅਧਿਕਾਰ ਬਣਾ ਦਿੱਤਾ ਗਿਆ ਸੀ, ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਸੀ ਤੇ ਹੁਣ ਇਹ ਭਾਰਤੀ ਅਨੁਛੇਦ 300A ਦੇ ਅੰਡਰ ਦਰਜ ਹੈ। Consequently, at present there are only 6 fundamental rights in the constitution। ਤਾਂ ਸਿੱਟੇ ਵਜੋਂ ਵਰਤਮਾਨ ਦੇ ਸਮੇਂ 6 ਮੌਲਿਕ ਅਧਿਕਾਰ ਸਾਰੇ ਨਾਗਰਿਕਾਂ ਨੂੰ ਪ੍ਰਾਪਤ ਨੇ। ਉਹ ਸਭ ਤੋਂ ਪਹਿਲਾਂ ਮੌਲਿਕ ਅਧਿਕਾਰਾਂ ਬਾਰੇ ਚਰਚਾ ਕਰ ਲਈਏ, ਇਹਨਾਂ ਦੀ ਵਿਸ਼ੇਸ਼ਤਾਵਾਂ। The concept of fundamental rights first came into being in the Magna Carta in England in 1215। ਜੇ ਬੁਨਿਆਦੀ ਅਧਿਕਾਰਾਂ ਦੇ ਕਨਸੈਪਟ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੀ ਵਾਰ 1215 ਦੇ ਵਿੱਚ ਇੰਗਲੈਂਡ ਦੇ ਵਿੱਚ ਮੈਗਨਾ ਕਾਰਟਾ ਹੋਂਦ ਚ ਆਇਆ ਸੀ। Fundamental rights in Indian Constitution is inspired by the Bill of Rights included in the Constitution of US। ਫਿਰ ਹੁਣ ਜੇ ਅਸੀਂ ਗੱਲ ਕਰੀਏ ਭਾਰਤ ਦੇ ਵਿੱਚ ਜਿਹੜਾ ਭਾਰਤੀ ਸੰਵਿਧਾਨ ਦੇ ਵਿੱਚ ਮੌਲਿਕ ਅਧਿਕਾਰਾਂ ਦੀ ਜਿਹੜੀ ਧਾਰਨਾ ਕਿਤੋਂ ਲਈ ਗਈ ਸੀ, ਉਹ US ਦੇ ਜਿਹੜੇ ਸੰਵਿਧਾਨ ਦੇ ਵਿੱਚ ਇੱਕ ਬਿਲ ਆਫ ਰਾਈਟਸ ਹੈ ਜਿਹੜਾ ਕਿ ਫੰਡਾਮੈਂਟਲ ਅਧਿਕਾਰਾਂ ਨਾਲ ਡੀਲ ਕਰਦਾ ਹੈ, ਉਸ ਤੋਂ ਇਹ ਪ੍ਰੇਰਨਾ ਸਾਨੂੰ ਮਿਲੀ। This section of the Constitution is also called ਮੈਗਨਾ ਕਾਰਟਾ ਆਫ ਇੰਡੀਆ। ਭਾਰਤੀ ਸੰਵਿਧਾਨ ਦੇ ਇਸ ਹਿੱਸੇ ਨੂੰ ਯਾਨੀ ਕਿ ਪਾਰਟ 3 ਨੂੰ ਮੈਗਨਾ ਕਾਰਟਾ ਵੀ ਕਿਹਾ ਜਾਂਦਾ ਹੈ ਭਾਰਤੀ ਸੰਵਿਧਾਨ ਦਾ। ਕੁਝ ਕੁ ਵਿਸ਼ੇਸ਼ਤਾਵਾਂ ਨੇ ਇਹਨਾਂ ਦੀਆਂ, ਦੇਖਦੇ ਹਾਂ ਕੀ ਨੇ। ਰਾਈਟਸ ਇਨਕਲੂਡ FRR ਫੰਡਾਮੈਂਟਲ ਰਾਈਟਸ ਆਰ ਪ੍ਰੋਟੈਕਟਡ ਐਂਡ ਗ੍ਰਾਂਟਡ ਬਾਈ ਦਾ ਕਨਸਟੀਟਿਊਸ਼ਨ। ਜਿਹੜੇ ਸਾਡੇ ਮੌਲਿਕ ਅਧਿਕਾਰ ਨੇ ਇਹਨਾਂ ਨੂੰ ਕਾਨੂੰਨੀ ਸੁਰੱਖਿਆ ਪ੍ਰਾਪਤ ਹੈ ਤੇ ਗਰੰਟੀ ਹੈ ਇਹਨਾਂ ਦੀ ਕਿ ਸਾਨੂੰ ਮਿਲਣੇ ਹੀ ਮਿਲਣੇ ਨੇ। ਅਗਰ ਇਹਨਾਂ ਦੀ ਕੋਈ ਉਲੰਘਣਾ ਕਰਦਾ ਹੈ ਤਾਂ ਅਸੀਂ ਸਿੱਧੇ ਸੁਪਰੀਮ ਕੋਰਟ ਤੱਕ ਵੀ ਅਪਰੋਚ ਕਰ ਸਕਦੇ ਹਾਂ। FRR not sacrosanct or absolute। ਨਾ ਤਾਂ ਇਹ ਪਵਿੱਤਰ ਨੇ ਤੇ ਨਾ ਹੀ ਇਹ ਸੰਪੂਰਨ ਨੇ। In this sense that the parliament can curtail them or put reasonable restriction for a fixed period of time। ਇਹਦਾ ਕਾਰਨ ਕੀ ਹੈ, ਇਹ ਸੰਪੂਰਨ ਕਿਉਂ ਨਹੀਂ ਹੈਗੇ? ਕਿਉਂਕਿ ਪਾਰਲੀਮੈਂਟ ਸਾਡੀ ਸੰਸਦ ਇਹਨਾਂ ਨੂੰ ਘਟਾ ਵੀ ਸਕਦੀ ਹੈ ਤੇ ਇਹਨਾਂ ਤੇ ਇੱਕ ਨਿਸ਼ਚਿਤ ਮਿਆਦ ਦੇ ਲਈ ਇਹਨਾਂ ਤੇ ਪਾਬੰਦੀਆਂ ਵੀ ਲਗਾਈਆਂ ਜਾ ਸਕਦੀਆਂ ਨੇ। However, the court has power to review the reasonability of these restrictions। ਪਰ ਕਿਤੇ ਸਾਡੀ ਸੰਸਦ ਆਪਣੇ ਇਸ ਅਧਿਕਾਰ ਦੀ ਵਰਤੋਂ ਕਰਕੇ ਸਾਡੇ ਅਧਿਕਾਰਾਂ ਦਾ ਹਨਨ ਨਾ ਕਰੇ, ਇਸ ਦੇ ਲਈ ਇਸ ਦੇ ਉੱਪਰ ਨਿਆਂਪਾਲਿਕਾ ਬੈਠੀ ਹੈ ਜਿਸ ਦੇ ਕੋਲ ਸ਼ਕਤੀ ਹੈ ਕਿ ਉਹ ਇਸ ਦੁਆਰਾ ਜਿਹੜੀਆਂ ਲਗਾਈਆਂ ਗਈਆਂ ਪਾਬੰਦੀਆਂ ਨੇ ਇਹ ਚੈੱਕ ਕਰ ਸਕਦਾ ਹੈ ਕਿ ਉਹ ਰੀਜ਼ਨੇਬਲ ਨੇ,
ਉਹਨਾਂ ਦੀ ਸਮੀਖਿਆ ਕਰ ਸਕਦਾ ਹੈ, ਜਿਸ ਨੂੰ ਅਸੀਂ ਜੁਡੀਸ਼ੀਅਲ ਰਿਵਿਊ ਦੀ ਗੱਲ ਕਰਦੇ ਹੁੰਦੇ ਹਾਂ। ਨੈਕਸਟ ਹੈ ਐਫਰ ਆਰ ਜਸਟੀਏਬਲ, ਜਾਇਜ਼ ਨੇ, ਇਹਨਾਂ ਤੋਂ ਸਾਨੂੰ ਨਿਆਂ ਮਿਲਦਾ, ਨਿਆਂ ਸੰਗਤ ਨੇ, ਫੰਡਾਮੈਂਟਲ ਰਾਈਟਸ। The Constitution allows the person to move directly to the Supreme Court for the reinforcement of his fundamental rights as when they are violated or restricted। ਅਸੀਂ ਪਹਿਲੇ ਪੁਆਇੰਟ ਦੇ ਉੱਪਰ ਵੀ ਇਹ ਚੀਜ਼ ਗੱਲ ਕੀਤੀ ਸੀ ਕਿ ਪ੍ਰੋਟੈਕਟ ਹੁੰਦੇ ਨੇ, ਇੱਥੇ ਵੀ ਇਹੀ ਗੱਲ ਕਰਦੇ ਆ ਕਿ ਇਹ ਨਿਆਂ ਸੰਗਤ ਨੇ, ਤਰਕ ਸੰਗਤ ਨੇ। ਅਗਰ ਸਾਡੇ ਸੰਵਿਧਾਨ ਦੇ ਵਿੱਚ ਇਹਨਾਂ ਦੀ ਕੋਈ ਵੀ ਉਲੰਘਣਾ ਕਰਦਾ ਹੈ ਸਾਡੇ ਸੰਵਿਧਾਨ 'ਚ ਮਿਲੇ ਹੋਏ ਮੌਲਿਕ ਅਧਿਕਾਰਾਂ ਦੀ, ਤਾਂ ਅਸੀਂ ਇਹਨਾਂ ਨੂੰ ਲਾਗੂ ਕਰਵਾਉਣ ਲਈ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਰਿਟ ਪਾ ਸਕਦੇ ਹਾਂ। ਸਸਪੈਂਸ਼ਨ ਆਫ ਫੰਡਾਮੈਂਟਲ ਰਾਈਟਸ, ਹੁਣ ਅਸੀਂ ਗੱਲ ਕੀਤੀ ਸੀ ਕਿ ਜਿਹੜੀ ਸਾਡੀ ਪਾਰਲੀਮੈਂਟ ਹੈ ਇੱਕ ਨਿਸ਼ਚਿਤ ਮਿਆਦ ਲਈ ਜਿਹੜੇ ਸਾਡੇ ਫੰਡਾਮੈਂਟਲ ਅਧਿਕਾਰ ਹੈ ਉਹਨਾਂ ਨੂੰ ਮੁਅੱਤਲ ਕਰ ਸਕਦੀ ਹੈ, ਸਸਪੈਂਡ ਕਰ ਸਕਦੀ ਹੈ। All the fundamental rights are suspended during national emergencies except the rights granted under Article 20 and 21। ਸਾਡੀ ਸੰਸਦ ਜਦੋਂ ਰਾਸ਼ਟਰੀ ਐਮਰਜੈਂਸੀ ਲੱਗੀ ਹੁੰਦੀ ਹੈ ਤਾਂ ਉਹਦੇ ਦੌਰਾਨ ਸਾਡੇ ਮੌਲਿਕ ਅਧਿਕਾਰਾਂ ਨੂੰ ਸਸਪੈਂਡ ਕਰ ਸਕਦੀ ਹੈ, ਜਿਵੇਂ ਕਿ ਸਾਨੂੰ ਬੋਲਣ ਦੀ ਆਜ਼ਾਦੀ ਹੁੰਦੀ ਹੈ, ਫਰੀडम ਆਫ ਐਕਸਪ੍ਰੈਸ਼ਨ ਹੁੰਦੀ ਹੈ, ਉਹ ਸਾਡੀ ਖੋਲੀ ਜਾਂਦੀ ਹੈ। ਉਸ ਸਮੇਂ ਅਸੀਂ ਫालतू ਕਿਸੇ ਪ੍ਰਕਾਰ ਦੀ ਕੋਈ ਬਿਆਨਬਾਜ਼ੀ ਨਹੀਂ ਕਰ ਸਕਦੇ। ਪਰ ਇਸ ਦੇ ਵਿੱਚ ਵੀ ਆਰਟੀਕਲ 20 ਤੇ 21 ਹੈ ਜਿਹੜੇ ਉਹ ਐਕਸੈਪਸ਼ਨਸ ਨੇ। ਕਈ ਵਾਰੀ ਇਹ ਪ੍ਰਸ਼ਨ ਆ ਜਾਂਦਾ ਹੈ ਕਿ ਕਿਹੜੇ ਅਧਿਕਾਰ ਨੇ ਜਿਹੜੇ ਐਮਰਜੈਂਸੀ ਦੇ ਦੌਰਾਨ ਵੀ ਲਾਗੂ ਰਹਿੰਦੇ ਨੇ, ਤਾਂ ਜਿਹੜੇ ਆਰਟੀਕਲ 20 ਤੇ 21 ਚ ਸਾਨੂੰ ਅਧਿਕਾਰ ਮਿਲੇ ਹੋਏ ਨੇ ਇਹ ਲਾਗੂ ਰਹਿੰਦੇ ਨੇ। ਰੈਸਟ੍ਰਿਕਸ਼ਨਸ ਆਫ ਫੰਡਾਮੈਂਟਲ ਰਾਈਟਸ, ਅਸੀਂ ਉੱਪਰ ਗੱਲ ਕੀਤੀ ਸੀ ਕਿ ਜਿਹੜੀ ਸਾਡੀ ਸੰਸਦ ਹੈ ਉਹ ਰੀਜ਼ਨੇਬਲ ਰੈਸਟ੍ਰਿਕਸ਼ਨਸ ਲਗਾ ਸਕਦੀ ਹੈ, ਯਾਨੀ ਕਿ ਇਹਨਾਂ ਨੂੰ ਐਬਸੋਲੂਟ ਨਹੀਂ ਅਸੀਂ ਕਹਿ ਸਕਦੇ, ਕਿਉਂਕਿ ਸਾਡੀ ਸੰਸਦ ਇਹਨਾਂ ਨੂੰ ਕਿਸੇ ਹੱਦ ਤੱਕ ਰੈਸਟ੍ਰਿਕਟ ਕਰ ਸਕਦੀ ਹੈ। ਦ ਫੰਡਾਮੈਂਟਲ rules rights can be restricted during military rule in any particular area। ਜਦੋਂ ਫੌਜੀ ਰਾਜ ਲੱਗਦਾ ਹੈ, ਠੀਕ ਹੈ, ਤਾਂ ਇਹ ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹ ਸੀਮਿਤ ਕੀਤੇ ਜਾ ਸਕਦੇ ਨੇ, ਠੀਕ ਹੈ। ਵੈਸੇ ਸਾਨੂੰ ਕੋਈ ਗੋਲੀ ਨਹੀਂ ਮਾਰ ਸਕਦਾ, ਸਾਡਾ ਰਾਈਟ ਟੂ ਲਾਈਫ ਤੇ ਪ੍ਰੋਪਰਟੀ ਹੈ, ਪਰ ਅਗਰ ਮਿਲਟਰੀ ਰੂਲ ਹੋਵੇ ਤਾਂ ਅਗਰ ਕੋਈ ਸ਼ੱਕ ਦਾ ਆਧਾਰ ਹੋਵੇ ਜਾਂ ਅਸੀਂ ਕੋਈ ਗਲਤ ਐਕਟੀਵਿਟੀ ਕਰ ਰਹੇ ਹੋਈਏ ਤਾਂ ਮਿਲਟਰੀ ਨੂੰ ਅਧਿਕਾਰ ਹੁੰਦਾ ਕਿ ਉਹ ਸਾਡੇ ਤੇ ਗੋਲੀ ਵੀ ਚਲਾ ਸਕਦੀ ਹੈ। Fundamental rights are established in Part 3 of the Indian Constitution under Article 12 to 31। आओ इन्हां बारे गल करदे हां। सब तो पहला गल करदे हां आर्टिकल 12 दी। आर्टिकल 12 सानू सिर्फ ते सिर्फ स्टेट दी डेफिनेशन दे बारे दसदा है कि स्टेट दे विच की चीज आउंदी है, राज दी की परिभाषा है। According to the Article 12 of the Constitution, state includes the following। स्टेट दे विच की आउंदा? The term state has been used in various provisions relating to fundamental rights। ਮੌਲਿਕ ਅਧਿਕਾਰਾਂ ਦੇ ਨਾਲ ਸਟੇਟ ਟਰਮ ਦੀ ਬਹੁਤ ਵਾਰੀ ਵਰਤੋਂ ਕੀਤੀ ਗਈ ਹੈ ਸਾਡੇ ਕਨਸਟੀਟਿਊਸ਼ਨ ਦੇ ਵਿੱਚ। ਐਜ਼ ਅ ਰਿਜ਼ਲਟ ਆਰਟੀਕਲ 12 ਡਿਫਾਈਨਸ ਦ ਟਰਮ ਫॉर द ਪਰਪਸ ਆਫ ਪਾਰਟ 3। ਤਾਂ ਜਿਹੜਾ ਅਨੁਛੇਦ 12 ਹੈ ਉਹ ਭਾਗ 3 ਨਾਲ ਸੰਬੰਧਿਤ ਜਿਹੜਾ ਸਟੇਟ ਵਰਡ ਹੈ ਉਹਦੀ ਵਿਆਖਿਆ ਕਰਦਾ ਹੈ। ਇਹਦੇ ਵਿੱਚ ਕੀ ਆਉਂਦਾ? ਦ ਗਵਰਨਮੈਂਟ ਐਂਡ ਪਾਰਲੀਮੈਂਟ ਆਫ ਇੰਡੀਆ, ਜਿਹੜੇ ਸਾਡੇ ਸਰਕਾਰ ਦੇ ਦੋ ਅੰਗ ਨੇ, ਸਾਡੀ ਵਿਧਾਨ ਪਾਲਿਕਾ ਤੇ ਸਾਡੀ ਕਾਰਜਪਾਲਿਕਾ, ਦੋਨਾਂ ਨੂੰ ਸਟੇਟ ਕਿਹਾ ਜਾ ਸਕਦਾ ਹੈ, ਇੰਡੀਵਿਜੂਅਲੀ ਵੀ ਤੇ ਇਕੱਠੇ ਤੌਰ ਤੇ ਵੀ। The government and legislatives of the states, both executive and legislatives। ਜੇ ਕਿਸੇ ਰਾਜ ਦੀ ਵਿਧਾਨ ਪਾਲਿਕਾ ਜਾਂ ਕਾਰਜਪਾਲਿਕਾ ਦੀ ਗੱਲ ਹੋਈ ਹੈ ਤਾਂ ਉਹਦੇ ਲਈ ਵੀ ਸਟੇਟ ਵਰਡ ਦੀ ਵਰਤੋਂ ਕੀਤੀ ਜਾ ਸਕਦੀ ਹੈ। All local authorities within the territories of India, ਭਾਰਤ ਦੀ ਖੇਤਰ ਦੇ ਵਿੱਚ ਜਿੰਨੀਆਂ ਵੀ ਸਥਾਨਕ ਸਰਕਾਰਾਂ ਆਉਂਦੀਆਂ ਨੇ, ਸਥਾਨਕ ਅਧਿਕਾਰੀ ਆਉਂਦੇ ਨੇ, ਉਹ ਸਾਰਿਆਂ ਨੂੰ ਸਟੇਟ ਕਿਹਾ ਜਾਂਦਾ ਹੈ। All the authorities under the control of government of India, both statutory and non-authorities, statutory authorities like LIC, ONGC, SAIL, etc। ਜਿੰਨੀਆਂ ਵੀ ਭਾਰਤੀ ਸਰਕਾਰ ਦੇ ਅਧੀਨ ਕੰਮ ਕਰਨ ਵਾਲੀਆਂ ਅਧਿਕਾਰੀ ਨੇ, ਚਾਹੇ ਉਹ ਕਾਨੂੰਨੀ ਨੇ, ਸਟੈਚੂਰੀ ਹੁੰਦਾ ਜਿਨ੍ਹਾਂ ਨੂੰ ਕਾਨੂੰਨ ਬਣਾ ਕੇ ਕੋਈ ਦਰਜਾ ਮਿਲਿਆ, ਤੇ ਚਾਹੇ ਉਹ ਗੈਰ ਸਟੈਚੂਰੀ ਨੇ, ਉਹ ਜਿਵੇਂ ਕਿ LIC ਹੈ, ONGC, SAIL, ਇਹਨਾਂ ਨੂੰ ਵੀ ਸਟੇਟ ਵਰਡ ਵਰਤਿਆ ਜਾਂਦਾ ਹੈ। According to the Supreme Court, a private body or agency acting as instrument of the state is included in the definition of state under Article 12। Supreme Court ਦੇ according ਅਗਰ ਕੋਈ ਨਿੱਜੀ ਕੰਪਨੀ ਸਰਕਾਰ ਦੇ ਲਈ ਕੰਮ ਕਰ ਰਹੀ ਹੈ ਜਾਂ ਸਰਕਾਰ ਦੇ ਇੰਸਟਰੂਮੈਂਟ ਦੇ ਤੌਰ ਤੇ ਕੰਮ ਕਰ ਰਹੀ ਹੈ ਤਾਂ ਉਹ ਵੀ ਸਟੇਟ ਦਾ ਹੀ ਹਿੱਸਾ ਮੰਨੀ ਜਾਂਦੀ ਹੈ, ਸਟੇਟ ਦੇ ਵਿੱਚ ਆਉਂਦੀ ਹੈ। ਅੱਗੇ ਗੱਲ ਕਰਦੇ ਹਾਂ ਆਰਟੀਕਲ 13 ਦੀ। ਆਰਟੀਕਲ 13 ਆਫ ਦਾ ਇੰਡੀਅਨ ਕਨਸਟੀਟਿਊਸ਼ਨ ਡਿਸਕ੍ਰਾਈਬਸ ਦਾ ਮੀਨਿੰਗ ਆਫ ਜੁਡੀਸ਼ੀਅਲ ਰਿਵਿਊ। ਇਹ ਜਿਹੜਾ ਸਾਡੀ ਨਿਆਂਇਕ ਸਮੀਖਿਆ ਦੀ ਧਾਰਨਾ ਦੀ ਵਿਆਖਿਆ ਕਰਦਾ ਹੈ। ਇਟ ਇੰਜੋਇਜ਼ ਅ ਡਿਊਟੀ ਔਨ ਦਾ ਇੰਡੀਅਨ ਸਟੇਟ ਟੂ ਰਿਸਪੈਕਟ ਐਂਡ ਇੰਪਲੀਮੈਂਟ ਦਾ ਫੰਡਾਮੈਂਟਲ ਰਾਈਟਸ। ਉੱਪਰ ਜਿੰਨੀਆਂ ਵੀ ਅਸੀਂ ਸੰਸਥਾਵਾਂ ਦੀ ਗੱਲ ਕੀਤੀ ਹੈ, ਚਾਹੇ ਉਹ ਸਾਡੀ ਕਾਰਜਪਾਲਿਕਾ, ਚਾਹੇ ਵਿਧਾਨ ਪਾਲਿਕਾ, ਕੇਂਦਰ ਦੀ ਜਾਂ ਰਾਜ ਦੀ, ਚਾਹੇ ਕੋਈ ਸਰਕਾਰੀ ਏਜੰਸੀ ਹੈ, ਚਾਹੇ ਕੋਈ ਗੈਰ ਸਰਕਾਰੀ ਏਜੰਸੀ ਹੈ, ਜਿਹੜੀ ਸਰਕਾਰ ਲਈ ਕੰਮ ਕਰਦੀ ਹੈ, ਉਹਨਾਂ ਦੀ ਇਹ ਡਿਊਟੀ ਹੈ ਕਿ ਉਹ ਫੰਡਾਮੈਂਟਲ ਰਾਈਟਸ ਦੀ ਰਿਸਪੈਕਟ ਕਰਨਗੀਆਂ
ਤੇ ਹਰ ਹਿੱਲੇ ਇਹਨਾਂ ਨੂੰ ਲਾਗੂ ਕਰਨਗੀਆਂ। ਅਗਰ ਇਹ ਲਾਗੂ ਨਹੀਂ ਕਰਦੀਆਂ ਤਾਂ ਸਾਡੀ ਜਿਹੜੀ ਜੁਡੀਸ਼ਰੀ ਹੈ ਉਹ ਦਖਲ ਦੇ ਸਕਦੀ ਹੈ। ਅਗਰ ਸਾਡੀ ਕੋਈ ਜਿਹੜੀ ਆਪਾਂ ਕਹੀਏ ਵਿਧਾਨ ਪਾਲਿਕਾ ਕਾਨੂੰਨ ਬਣਾਉਂਦੀ ਹੈ ਜਿਹੜੇ ਕਿ ਸਾਡੇ ਕਾਨੂੰਨਾਂ ਸਾਡੇ ਮੌਲਿਕ ਅਧਿਕਾਰਾਂ ਦਾ ਹਨਨ ਕਰਦੇ ਹੋਣ ਤਾਂ ਉਹਨਾਂ ਨੂੰ ਚੈਲੰਜ ਕਰ ਸਕਦੀ ਹੈ ਸਾਡੀ ਨਿਆਂਪਾਲਿਕਾ। ਇਸ ਨੂੰ ਹੀ ਜੁਡੀਸ਼ੀਅਲ ਰਿਵਿਊ ਕਿਹਾ ਜਾਂਦਾ ਹੈ। At the same time, it confers a power on the courts to declare a law or act void if it infringes the fundamental rights. ਇਸੇ ਸਮੇਂ ਜਿਹੜਾ ਇਹ ਸਾਡਾ ਆਰਟੀਕਲ ਹੈ ਇਹ ਸਾਡੀ ਨਿਆਂਪਾਲਿਕਾ ਨੂੰ ਇੱਕ ਸ਼ਕਤੀ ਪ੍ਰਦਾਨ ਕਰਦਾ ਹੈ ਜਿਹਦੇ ਅਧੀਨ ਇਹ ਕੋਈ ਵੀ ਲਾ ਜਾਂ ਕੋਈ ਵੀ ਐਕਟ ਜਿਹੜਾ ਸਾਡੇ ਫੰਡਾਮੈਂਟਲ ਰਾਈਟਸ ਦੀ ਉਲੰਘਣਾ ਕਰਦਾ ਹੈ ਉਸ ਨੂੰ ਇਹ ਰੱਦ ਕਰ ਸਕਦੇ ਨੇ। ਤਾਂ ਅੱਗੇ ਗੱਲ ਕਰਦੇ ਹਾਂ ਸਾਡੇ ਬੇਸਿਕ ਜਿਹੜੇ ਅਧਿਕਾਰ ਨੇ ਉਹਨਾਂ ਬਾਰੇ। ਆਰਟੀਕਲ 14 ਤੋਂ 18 ਜਿਹੜਾ ਇਹਦੇ ਵਿੱਚ ਅਸੀਂ ਰਾਈਟ ਟੂ ਇਕੁਐਲਿਟੀ ਯਾਨੀ ਕਿ ਸਮਾਨਤਾ ਦੇ ਅਧਿਕਾਰ ਦੀ ਗੱਲ ਕਰਦੇ ਹਾਂ। ਰਾਈਟ ਟੂ ਇਕੁਐਲਿਟੀ ਗ੍ਰਾਂਟਸ equal rights for everyone irrespective of religion, gender, caste, race or place of birth. ਰਾਈਟ ਟੂ ਇਕੁਐਲਿਟੀ ਦਾ ਕੀ ਮਤਲਬ ਹੈ ਕਿ ਸਾਡੇ ਸਾਰੇ ਦੇ ਸਾਰੇ ਨਾਗਰਿਕਾਂ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਧਰਮ, ਲਿੰਗ, ਜਾਤੀ, ਨਸਲ, ਜਨਮ ਸਥਾਨ ਦੇ ਆਧਾਰ ਤੇ ਵਿਤਕਰੇ ਤੋਂ ਬਿਨਾਂ ਸਾਰਿਆਂ ਨੂੰ ਬਰਾਬਰ ਅਧਿਕਾਰ ਪ੍ਰਾਪਤ ਨੇ। It ensures equal employment opportunities in the government and ensure against discrimination by the state in matters of employment in the basis of caste, religion, etc. ਨਾਲ ਇਹ ਅਧਿਕਾਰ ਇਸ ਚੀਜ਼ ਦੀ ਵੀ ਗਰੰਟੀ ਦਿਵਾਉਂਦਾ ਹੈ ਕਿ ਸਾਡਾ ਜਿਹੜਾ ਰਾਜ ਹੈ ਸਾਨੂੰ ਕੰਮ ਦੇ ਬਰਾਬਰ ਮੌਕੇ ਪ੍ਰਦਾਨ ਕਰੇਗਾ ਤੇ ਕੋਈ ਵੀ ਜਿਹੜਾ ਸਰਕਾਰ ਜਾਂ ਸਰਕਾਰ ਦਾ ਅੰਗ ਹੈ ਉਹ ਕੰਮ ਦੇ ਮਸਲਿਆਂ ਦੇ ਵਿੱਚ ਕਿਸੇ ਵੀ ਆਧਾਰ ਤੇ ਧਰਮ, ਜਾਤੀ, ਲਿੰਗ ਦੇ ਆਧਾਰ ਤੇ ਵਿਤਕਰਾ ਨਹੀਂ ਕਰੇਗਾ। ਸਮਾਨਤਾ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ ਕੰਮ ਦੇ ਵਿੱਚ। The right also includes the evolution of titles as well as untouchability. ਇਸੇ ਅਧਿਕਾਰ ਦੇ ਵਿੱਚ ਆਉਂਦਾ ਕਿ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਉਪਾਧੀ ਕੇਵਲ ਡਾਕਟਰੀ ਤੇ ਕਾਨੂੰਨੀ ਸਿੱਖਿਆ ਨੂੰ ਛੱਡ ਕੇ ਕਿਸੇ ਪ੍ਰਕਾਰ ਦਾ ਕੋਈ ਟਾਈਟਲ ਨਹੀਂ ਦਿੱਤਾ ਜਾਊਗਾ। ਛੂਆ-ਛੂਤ ਦੀ ਮਨਾਹੀ ਹੋਊਗੀ। ਇਹ ਤੁਹਾਡੇ ਲਈ ਅਸਾਈਨਮੈਂਟ ਹੈ ਕਿ ਤੁਸੀਂ ਆਰਟੀਕਲ 14 ਤੋਂ ਲੈ ਕੇ 18 ਤੱਕ ਕੱਲੇ ਬਾਰੇ ਪੜ੍ਹਨਾ ਹੈ। ਆਰਟੀਕਲ 14, 15, 16, 17, 18 ਇਹਨਾਂ ਦਾ ਤੁਸੀਂ ਟਾਈਟਲ ਖੁਦ ਰੀਡ ਕਰਨਾ ਹੈ। ਅੱਗੇ ਆਉਂਦਾ ਜੀ ਰਾਈਟ ਟੂ ਫਰੀडम। ਆਰਟੀਕਲ 19 ਤੋਂ ਲੈ ਕੇ 22 ਤੱਕ। ਜਿਹੜਾ ਆਰਟੀਕਲ 19 ਹੈ ਇਹ ਸਾਨੂੰ 6 ਬੇਸਿਕ ਕਾਈਂਡਸ ਦੀ ਜਿਹੜੀ ਆਜ਼ਾਦੀ ਪ੍ਰਦਾਨ ਕਰਦਾ ਹੈ। Freedom is one of the most important ideals cherished by any democratic society. ਕਿਸੇ ਵੀ ਲੋਕਤੰਤਰੀ ਸਮਾਜ ਦੁਆਰਾ ਜਿਹੜੇ ਆਦਰਸ਼ ਰੱਖੇ ਜਾਂਦੇ ਨੇ ਉਹਨਾਂ ਵਿੱਚ ਸਭ ਤੋਂ ਜ਼ਰੂਰੀ ਹੈ ਆਜ਼ਾਦੀ। The Indian Constitution guarantees freedom to citizen. ਤਾਂ ਸਾਡਾ ਜਿਹੜਾ ਸੰਵਿਧਾਨ ਹੈ ਸਾਨੂੰ ਆਜ਼ਾਦੀ ਦਿੰਦਾ ਹੈ। The freedom right includes many rights. ਇਹਦੇ ਵਿੱਚ ਕੀ ਆ ਜਾਂਦਾ? ਕਾਦੀ ਆਜ਼ਾਦੀ ਹੈ? 6 ਤਰ੍ਹਾਂ ਦੀ ਆਜ਼ਾਦੀ ਹੈ। Freedom of speech, ਬੋਲਣ ਦੀ ਆਜ਼ਾਦੀ। Freedom of expression, ਪ੍ਰਗਟਾਵੇ ਦੀ ਆਜ਼ਾਦੀ। Freedom of assembly without arms, ਹਥਿਆਰਾਂ ਤੋਂ ਬਿਨਾਂ ਇਕੱਠੇ ਹੋਣ ਦੀ, ਸ਼ਾਂਤਮਈ ਢੰਗ ਨਾਲ ਇਕੱਠੇ ਹੋਣ ਦੀ ਆਜ਼ਾਦੀ। Freedom of association, ਕੋਈ ਵੀ ਸੰਗਠਨ ਬਣਾਉਣ ਦੀ ਆਜ਼ਾਦੀ। Freedom to practice any profession, ਕੋਈ ਵੀ ਪੇਸ਼ਾ ਅਖਤਿਆਰ ਕਰਨ ਦੀ ਆਜ਼ਾਦੀ। Freedom to reside in any part of the country, ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਰਹਿਣ ਦੀ ਆਜ਼ਾਦੀ। Some of these rights are subject to certain conditions of the state security, public morality and decency and friendly relation with foreign countries. ਇਹਨਾਂ ਦੇ ਵਿੱਚੋਂ ਕੁਝ ਕੁ ਜਿਹੜੇ ਨਿਯਮ ਨੇ, ਕੁਝ ਕੁ ਜਿਹੜੇ ਸਾਡੇ ਅਧਿਕਾਰ ਨੇ ਉਹਨਾਂ ਦੇ ਉੱਪਰ ਕੁਝ ਨਾ ਕੁਝ ਰੋਕਾਂ ਵੀ ਨੇ, ਰੈਸਟ੍ਰਿਕਸ਼ਨਸ ਵੀ ਨੇ ਤਾਂ ਕਿ ਰਾਜ ਦੀ ਸੁਰੱਖਿਆ ਨੂੰ ਕੋਈ ਜਿਹੜਾ ਖਤਰਾ ਨਾ ਹੋਵੇ, ਲੋਕਾਂ ਦਾ ਜਿਹੜਾ ਮੋਰੈਲਿਟੀ ਹੈ, ਨੈਤਿਕਤਾ ਉਹ ਬਣੀ ਰਵੇ, ਸ਼ਾਲੀਨਤਾ ਬਣੀ ਰਵੇ ਤੇ ਸਾਡੇ ਵਿਦੇਸ਼ੀਆਂ ਦੇ ਨਾਲ ਵਧੀਆ ਸੰਬੰਧ ਰਹਿਣ। This means the state has right to impose reasonable restrictions on them. ਇਹਦਾ ਮਤਲਬ ਕੀ ਹੋਇਆ ਕਿ ਸਾਡੇ ਜਿਹੜੀ ਸਰਕਾਰ ਹੈ ਉਹਨੂੰ ਇਹਨਾਂ ਅਧਿਕਾਰਾਂ ਤੇ ਕੁਝ ਹੱਦ ਤੱਕ ਰੋਕਾਂ ਲਾਉਣ ਦੀ ਵੀ ਆਜ਼ਾਦੀ ਹੈਗੀ ਹੈ। ਅੱਗੇ ਇਹਦੇ ਵਿੱਚ ਆਰਟੀਕਲ 20, 21 ਤੇ 22 ਆਉਣਗੇ। ਇਹ ਤੁਸੀਂ ਜ਼ਰੂਰ ਵਿਸਥਾਰਪੂਰਵਕ ਪੜ੍ਹਨੇ ਨੇ ਕਿਉਂਕਿ 20 ਤੇ 21 ਅਜਿਹੇ ਅਧਿਕਾਰ ਨੇ ਜਿਹੜੇ ਕਿ ਸਾਨੂੰ ਸਾਡੀ ਐਮਰਜੈਂਸੀ ਪ੍ਰੋਵੀਜ਼ਨ ਦੇ ਵਿੱਚ ਵੀ ਹੈ ਜਿਹੜੇ ਉਹ ਨਹੀਂ ਲਏ ਜਾਂਦੇ। ਅੱਗੇ ਆਉਂਦਾ ਜੀ ਰਾਈਟ ਅਗੇਂਸਟ ਐਕਸਪਲੋਇਟੇਸ਼ਨ, ਸਾਡਾ ਤੀਜਾ ਅਧਿਕਾਰ। ਇਹਦੇ ਨਾਲ 2 ਅਨੁਛੇਦ 23 ਤੇ 24 ਡੀਲ ਕਰਦੇ ਨੇ। This right implies the prohibition of traffic in human beings, ਬੇਗਾਰ and other forms of forced labor. ਇਸ ਅਧਿਕਾਰ ਦਾ ਅਰਥ ਹੈ ਕਿ ਮਨੁੱਖ ਬੇਗਰ ਤੇ ਹੋਰ ਕਿਸਮ ਦੀ ਜ਼ਬਰਦਸਤੀ ਤੇ ਮਨੁੱਖ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਜ਼ਬਰਦਸਤੀ ਨਹੀਂ ਲਿਜਾਇਆ ਜਾ ਸਕਦਾ ਕੰਮ ਕਰਾਉਣ ਦੇ ਲਈ। It also implies the prohibition of children in factories. ਇਸ ਤੋਂ ਇਲਾਵਾ ਛੋਟੇ ਬੱਚਿਆਂ ਨੂੰ ਫੈਕਟਰੀਆਂ 'ਚ ਕੰਮ ਨਹੀਂ ਕਰਾਇਆ ਜਾ ਸਕਦਾ। The Constitution prohibits the employment of children under
14 years in hazardous condition। ਜਿਹੜਾ ਸਾਡਾ ਸੰਵਿਧਾਨ ਹੈ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਖਤਰਨਾਕ ਥਾਵਾਂ ਤੇ ਰੁਜ਼ਗਾਰ ਦੇਣ ਦੀ ਮਨਾਹੀ ਕਰਦਾ। ਨੈਕਸਟ ਆਉਂਦਾ ਜੀ ਸਾਡਾ ਰਾਈਟ ਟੂ ਫਰੀडम ਆਫ ਰਿਲੀਜਨ, ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਆਰਟੀਕਲ 25 ਤੋਂ 28, ਜਿਹਦੇ ਤੇ ਅਕਸਰ ਕੋਈ ਨਾ ਕੋਈ ਕੁਐਸਚਨ ਦੇਖਣ ਨੂੰ ਮਿਲਦਾ। ਦਿਸ ਇੰਡੀਕੇਟਸ ਦੈਟ ਸੈਕੂਲਰ ਨੇਚਰ ਆਫ ਇੰਡੀਅਨ ਪੋਲਿਟੀ, ਇਹ ਭਾਰਤੀ ਰਾਜਨੀਤੀ ਦੇ ਧਰਮ ਨਿਰਪੱਖ ਸੁਭਾਅ ਨੂੰ ਦਰਸਾਉਂਦਾ ਹੈ। देयर इज इक्वल रिस्पेक्ट गिवन टू ऑल रिलीजन, सारे धर्मां दा बराबर आदर किया जाता है। देयर इज फ्रीडम ऑफ कॉन्साइंस, प्रोफेशन, प्रैक्टिस एंड प्रोपेगेशन ऑफ रिलीजन, जमीर पेशे किसी भी धर्म नूं मनन उहदा प्रचार करन दी आज़ादी है। स्टेट हैज़ नो ऑफिशियल रिलीजन, राज दा अपना कोई धर्म नहीं है। एवरी पर्सन हैज़ द राइट टू फ्रीली प्रैक्टिस हिज और हर फेथ, इस्टैबलिश एंड मेनटेन रिलीजियस एंड चैरिटेबल इंस्टीट्यूशन, हरेक बंदे नूं अपने विश्वास की आज़ादी नाल अभ्यास करन दा अधिकार प्राप्त है। धार्मिक ते चैरिटेबल संस्थावां नूं स्थापित करन ते संभालण दा भी अधिकार है। अगे आउंदे ने जी कल्चरल एंड एजुकेशनल राइट्स, सभ्याचारक ते विद्यक अधिकार, आर्टिकल 29 to 30। These rights protect the rights of religious, cultural and linguistic minorities। ਇਹ ਅਧਿਕਾਰ ਧਾਰਮਿਕ, ਸੱਭਿਆਚਾਰਿਕ ਤੇ ਭਾਸ਼ਾਈ ਆਧਾਰ ਤੇ ਜਿਹੜੇ ਘੱਟ ਗਿਣਤੀ ਨੇ ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਕਰਦੇ ਨੇ। ਵਾਈ ਫੈਸਿਲਿਟੇਟਿੰਗ them to preserve their heritage and culture, ਤੇ ਉਹਨਾਂ ਨੂੰ ਉਹਨਾਂ ਦੇ ਵਿਰਸੇ ਤੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਦੀ ਸਹੂਲਤ ਵੀ ਪ੍ਰਦਾਨ ਕਰਦੇ ਨੇ। Educational rights are ensuring education for everyone without any discrimination। ਵਿਦਿਅਕ ਅਧਿਕਾਰ ਬਿਨਾਂ ਕਿਸੇ ਭੇਦਭਾਵ ਦੇ ਹਰੇਕ ਦੇ ਲਈ ਸਿੱਖਿਆ ਨੂੰ ਯਕੀਨੀ ਬਣਾਉਂਦੇ ਨੇ। ਅੱਗੇ ਆਉਂਦਾ ਜੀ ਰਾਈਟ ਟੂ ਕਨਸਟੀਟਿਊਸ਼ਨਲ ਰੈਮੀਡੀਜ਼, ਵੈਰੀ ਇੰਪੋਰਟੈਂਟ, ਆਪਾਂ ਪਹਿਲਾਂ ਵੀ ਇਹਦੇ ਬਾਰੇ ਗੱਲ ਕੀਤੀ ਹੈ ਆਰਟੀਕਲ 32 ਬਾਰੇ। The Constitution guarantees remedies if citizens' fundamental rights are violated। ਇਹ ਜਿਹੜਾ 32 ਨੰਬਰ ਆਰਟੀਕਲ ਹੈ, ਰਾਈਟ ਟੂ ਕਨਸਟੀਟਿਊਸ਼ਨਲ ਰੈਮੇਡੀ ਹੈ, ਇਹ ਆਪਣੇ ਆਪ ਦੇ ਵਿੱਚ ਸਾਡੇ ਅਧਿਕਾਰਾਂ ਦਾ ਰੱਖਿਅਕ ਹੈ। ਇਹਨੂੰ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਕਿਹਾ ਜਾਂਦਾ ਹੈ। The government cannot infringe upon or curb anyone's rights। ਇਸ ਅਧਿਕਾਰ ਦੇ ਤਹਿਤ ਸਰਕਾਰ ਸਾਡੇ ਕਿਸੇ ਵੀ ਅਧਿਕਾਰ ਦੀ ਉਲੰਘਣਾ ਨਹੀਂ ਕਰ ਸਕਦੀ, ਇਸ ਤੇ ਰੋਕ ਨਹੀਂ ਲਗਾ ਸਕਦੀ। When these rights are violated, ਅਗਰ ਇਹਨਾਂ ਦਾ ਹਨਨ ਹੋਵੇ, the aggravated party can approach the court। ਤਾਂ ਜਿਹੜੀ ਸੰਬੰਧਿਤ ਪੀੜਿਤ ਪਾਰਟੀ ਹੈ ਉਹ ਕੋਰਟ ਦੇ ਵਿੱਚ ਜਾ ਸਕਦੀ ਹੈ। Citizen can even go directly to the Supreme Court, which can issue writs for enforcing fundamental rights। ਨਾਗਰਿਕ ਸਿੱਧੇ ਤੌਰ ਤੇ ਵੀ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੇ ਨੇ, ਜਿਹੜਾ ਕਿ ਇਹਨਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਦੇ ਲਈ ਰਿਟਸ ਹੈ ਜਿਹੜੀਆਂ 5 ਤਰ੍ਹਾਂ ਦੀਆਂ ਰਿਟਸ ਅਸੀਂ ਪੜ੍ਹੀਆਂ ਸੀ ਉਹ ਇਸ਼ੂ ਕਰਦਾ। ਅੱਗੇ ਗੱਲ ਕਰਦੇ ਹਾਂ ਜੀ ਫੰਡਾਮੈਂਟਲ ਡਿਊਟੀਜ਼। ਫੰਡਾਮੈਂਟਲ ਡਿਊਟੀਜ਼ ਦੀ ਜੇ ਗੱਲ ਕਰੀਏ ਤਾਂ ਓਰੀਜਨਲੀ ਇਹ ਸਾਡੇ ਕਨਸਟੀਟਿਊਸ਼ਨ ਦਾ ਹਿੱਸਾ ਨਹੀਂ ਸੀਗੀਆਂ। ਦ ਫੰਡਾਮੈਂਟਲ ਡਿਊਟੀਜ਼ ਵਰ ਐਡਡ ਬਾਈ 42nd Amendment 1976 by inserting Article 51A and Part 4A under the Directive Principles of State Policy। ਜਿਹੜਾ ਸਾਡਾ ਸੰਵਿਧਾਨ ਦਾ ਪਾਰਟ 3 ਹੈ ਇਹ ਗੱਲ ਕਰਦਾ ਸੀ ਬੁਨਿਆਦੀ ਅਧਿਕਾਰਾਂ ਦੀ, ਤੇ ਪਾਰਟ 4 ਡੀਲ ਕਰਦਾ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ ਨਾਲ। ਉਹਦੇ ਵਿੱਚ ਇੱਕ ਨਵਾਂ ਹੋਰ ਹਿੱਸਾ ਜੋੜਿਆ ਗਿਆ, ਚੌਥਾ ਏ, ਤੇ ਆਰਟੀਕਲ ਇੱਕ ਨਵਾਂ ਪਾਇਆ ਗਿਆ 51A 42ਵੀਂ ਸੋਧ ਰਾਹੀਂ 1976 ਦੇ ਵਿੱਚ, ਜਿਹਦੇ ਰਾਹੀਂ 10 ਮੌਲਿਕ ਕਰਤੱਵ ਹਰੇਕ ਨਾਗਰਿਕ ਲਈ ਪਾਏ ਗਏ ਸੀ। This means these duties are not enforceable by court in case of non-fulfillment by citizens। ਪਰ ਫਰਕ ਕੀ ਹੈ ਕਿ ਫੰਡਾਮੈਂਟਲ ਡਿਊਟੀਜ਼ ਜਿਹੜੀਆਂ ਕਾਨੂੰਨ ਦੁਆਰਾ ਲਾਗੂ ਨਹੀਂ ਕਰਵਾਈਆਂ ਜਾਂਦੀਆਂ, ਇਹ ਸਾਡੇ ਲਈ ਸਿਰਫ ਗਾਈਡਲਾਈਨਸ ਨੇ। ਅਗਰ ਕੋਈ ਇਹਨਾਂ ਦੀ ਗੱਲ ਨਹੀਂ ਮੰਨਦਾ ਤਾਂ ਉਹਨੂੰ ਸਜ਼ਾ ਨਹੀਂ ਹੁੰਦੀ, ਮਤਲਬ ਕਾਨੂੰਨੀ ਪ੍ਰੋਟੈਕਸ਼ਨ ਨਹੀਂ ਇਹਨਾਂ ਪਿੱਛੇ ਹੈਗੀ। However, the state can enforce them through appropriate laws enacted by legislature। ਫਿਰ ਵੀ ਜਿਹੜੇ ਰਾਜ ਸਰਕਾਰ ਨੇ ਉਹ ਆਪਣੀਆਂ ਵਿਧਾਨ ਸਭਾਵਾਂ 'ਚ ਕਾਨੂੰਨ ਬਣਾ ਕੇ ਇਹਨਾਂ ਨੂੰ ਲਾਗੂ ਕਰਵਾ ਸਕਦੇ ਨੇ, ਇਹ ਮਰਜ਼ੀ ਹੈ ਸਟੇਟ ਦੀ। ਤਾਂ ਕਿਹੜੀਆਂ 10 ਡਿਊਟੀਜ਼ ਪਹਿਲਾਂ ਸੀ ਗੱਲ ਕਰਦੇ ਆ। To abide by the constitution and respect its ideals, national flag and national anthem। ਸੰਵਿਧਾਨ ਦੀ ਪਾਲਣਾ ਕਰਨਾ, ਇਸ ਦੇ ਆਦਰਸ਼ਾਂ, ਰਾਸ਼ਟਰੀ ਝੰਡੇ ਤੇ ਰਾਸ਼ਟਰੀ ਗੀਤ ਦਾ ਸਤਿਕਾਰ ਕਰਨਾ ਸਾਡਾ ਪਹਿਲਾ ਕਰਤੱਵ ਹੈ। To cherish and follow the noble ideas inspiring our freedom struggle। ਸਾਡੇ ਸੁਤੰਤਰਤਾ ਸੰਗਰਾਮ ਨੂੰ ਪ੍ਰੇਰਿਤ ਕਰਨ ਵਾਲੇ ਮਹਾਨ ਆਦਰਸ਼ਾਂ ਦੀ ਕਦਰ ਕਰਨਾ ਤੇ ਉਹਨਾਂ ਦੀ ਪਾਲਣਾ ਕਰਨਾ। To uphold and protect the sovereignty and unity and integrity of India। ਭਾਰਤ ਦੀ ਪ੍ਰਭੂ ਸੱਤਾ, ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣਾ ਤੇ ਸੁਰੱਖਿਅਤ ਰੱਖਣਾ। To defend the country and render national service when required। ਦੇਸ਼ ਦੀ ਰੱਖਿਆ ਕਰਨਾ ਤੇ ਲੋੜ ਪੈਣ ਤੇ ਰਾਸ਼ਟਰੀ ਸੇਵਾ ਪ੍ਰਦਾਨ ਕਰਨਾ। To promote harmony and common brotherhood among all people of India
to renounce practices derogatory to the dignity of the woman। ਭਾਰਤ ਦੇ ਸਾਰੇ ਲੋਕਾਂ ਵਿੱਚ ਸਦਭਾਵਨਾ ਤੇ ਸਾਂਝੀਵਾਲਤਾ ਨੂੰ ਉਤਸ਼ਾਹਿਤ ਕਰਨਾ, ਔਰਤਾਂ ਦੀ ਇੱਜ਼ਤ ਲਈ ਅਪਮਾਨਜਨਕ ਜਿਹੜੀਆਂ ਪ੍ਰੈਕਟਿਸਿਸ ਚੱਲਦੀਆਂ ਨੇ ਸਾਡੀ ਸੁਸਾਇਟੀ 'ਚ ਉਹਨਾਂ ਦਾ ਤਿਆਗ ਕਰਨਾ। ਟੂ ਵੈਲਿਊ ਐਂਡ ਪ੍ਰਜ਼ਰਵ ਦ ਰਿਚ ਹੈਰੀਟੇਜ ਆਫ ਅਵਰ ਕੰਪੋਜ਼ਿਟ ਕਲਚਰ, ਸੰਯੁਕਤ ਸੱਭਿਆਚਾਰ ਦੇ ਅਮੀਰ ਵਿਰਸੇ ਦੀ ਕਦਰ ਤੇ ਸੰਭਾਲ ਕਰਨਾ। ਟੂ ਪ੍ਰੋਟੈਕਟ ਐਂਡ ਇੰਪਰੂਵ ਦ ਨੈਚੁਰਲ ਇਨਵਾਇਰਨਮੈਂਟ ਇਨਕਲੂਡਿੰਗ ਫੋਰੈਸਟ, ਲੇਕ, ਵਾਈਲਡ ਲਾਈਫ ਐਂਡ ਰਿਵਰਸ, ਸਾਡੇ ਕੁਦਰਤੀ ਵਾਤਾਵਰਣ ਜਿਹਦੇ ਵਿੱਚ ਜੰਗਲ, ਝੀਲ, ਜੰਗਲੀ ਜਾਨਵਰ, ਨਦੀਆਂ ਵਗੈਰਾ ਨੇ, ਇਹਨਾਂ ਦੀ ਰੱਖਿਆ ਕਰਨਾ। ਟੂ ਹੈਵ ਕੰਪੈਸ਼ਨ ਫॉर ਆਲ ਲਿਵਿੰਗ ਕ੍ਰੀਏਚਰ, ਤੇ ਸਾਰੇ ਜੀਵਿਤ ਪ੍ਰਾਣੀਆਂ ਲਈ ਹਮਦਰਦੀ ਰੱਖਣਾ। ਟੂ ਡਿਵੈਲਪ ਸਾਇੰਟਿਫਿਕ ਟੈਂਪਰ, ਹਿਊਮਨਿਜ਼ਮ ਐਂਡ ਸਪਿਰਿਟ ਆਫ ਦ ਇਨਕੁਆਇਰੀ ਐਂਡ ਰਿਫਾਰਮ, ਤੇ ਵਿਗਿਆਨਿਕ ਸੁਭਾਅ, ਮਾਨਵਵਾਦ, ਪੁੱਛਗਿੱਛ ਯਾਨੀ ਕਿ ਇਨਕੁਆਇਰੀ ਵਾਲਾ ਜਿਹੜਾ ਭਾਵਨਾ ਇਹਨਾਂ ਨੂੰ ਵਿਕਸਿਤ ਕਰਨਾ। ਟੂ ਸੇਫਗਾਰਡ ਪਬਲਿਕ ਪ੍ਰੋਪਰਟੀ ਐਂਡ ਐਬਜ਼ਰਵ ਵਾਇਲੈਂਸ, ਜਨਤਕ ਸੰਪਤੀ ਦੀ ਰਾਖੀ ਕਰਨਾ ਤੇ ਹਿੰਸਾ ਨੂੰ ਰੋਕਣਾ। ਟੂ ਸਟ੍ਰਾਈਵ ਟੂਵਰਡਸ ਐਕਸੀਲੈਂਸ ਇਨ ਆਲ ਸਫੀਅਰਸ ਆਫ ਇੰਡੀਵਿਜੂਅਲ ਐਂਡ ਕਲੈਕਟਿਵ ਐਕਟੀਵਿਟੀ, ਵਿਅਕਤੀਗਤ ਤੇ ਸਮੂਹਿਕ ਗਤੀਵਿਧੀ ਦੇ ਸਾਰੇ ਖੇਤਰਾਂ ਵਿੱਚ ਉੱਤਮਤਾ ਵੱਲ ਕੋਸ਼ਿਸ਼ ਕਰਨਾ। ਟੂ ਪ੍ਰੋਵਾਈਡ ਓਪਰਚੁਨਿਟੀਜ਼ ਫॉर ਐਜੂਕੇਸ਼ਨ ਟੂ ਹਿਸ ਚਾਈਲਡ ਔਰ ਐਜ਼ ਦਾ ਕੇਸ ਮੇ ਬੀ ਬਾਰਡ ਬਿਟਵੀਨ ਏਜ of 6 and 14 years। ਇਹ ਜਿਹੜੀ 11ਵੀਂ ਡਿਊਟੀ ਹੈ ਇਹ 86ਵੀਂ ਸੰਵਿਧਾਨਿਕ ਸੋਧ ਰਾਹੀਂ 2002 ਦੇ ਵਿੱਚ ਇਨਸਰਟ ਕੀਤੀ ਗਈ ਸੀ, ਜਿਹਦੇ ਨਾਲ ਡਿਊਟੀਆਂ ਦੀ ਗਿਣਤੀ ਵੱਧ ਕੇ 10 ਤੋਂ 11 ਹੋ ਗਈ, ਕਿਉਂਕਿ ਇਸ ਸਮੇਂ ਜਿਹੜਾ ਸਾਡਾ ਸਿੱਖਿਆ ਦਾ ਅਧਿਕਾਰ ਕਾਨੂੰਨ ਬਣਿਆ ਸੀ, ਸਿੱਖਿਆ ਨੂੰ ਸਾਡਾ ਮੌਲਿਕ ਅਧਿਕਾਰ ਬਣਾ ਦਿੱਤਾ ਗਿਆ ਸੀ 86ਵੀਂ ਸੋਧ ਰਾਹੀਂ। ਤੇ ਇਹ ਜਿਹੜਾ ਮੌਲਿਕ ਅਧਿਕਾਰ ਹੈ ਆਰਟੀਕਲ 21A ਦੇ ਵਿੱਚ ਦਰਜ ਹੈ, ਤੇ ਇਸ ਦੇ ਨਾਲ ਹੀ 11ਵੀਂ ਡਿਊਟੀ ਐਡ ਕੀਤੀ ਗਈ ਕਿ ਹਰੇਕ ਪੇਰੈਂਟ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ 6 ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਨੂੰ ਜਿਹੜੇ ਸਿੱਖਿਆ ਦੇ ਮੌਕੇ ਪ੍ਰਦਾਨ ਕਰੇਗਾ। ਪਿਆਰੇ ਵਿਦਿਆਰਥੀਓ, ਉਮੀਦ ਹੈ ਕਿ ਤੁਹਾਨੂੰ ਅੱਜ ਦੀ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ। ਸੋ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਅਗਰ ਤੁਸੀਂ ਬੈਲ ਆਈਕਨ ਪ੍ਰੈਸ ਨਹੀਂ ਕੀਤਾ ਤਾਂ ਕਰ ਲਓ, ਤਾਂ ਕਿ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ। ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।